सत श्री अकाल दोस्तों, मैं पूजा संधू एक बार फिर तो स्वागत है जी प्रोग्राम दिमाग दी बत्ती जगाओ दे विच। ਤੇ ਹਰ ਵਾਰ ਦੀ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਗਈ ਹਾਂ ਕੁਝ ਨਵੇਂ ਫੈਕਟ ਤੇ ਕੁਝ ਨਵੀਆਂ ਜਾਣਕਾਰੀਆਂ ਤੇ ਸਾਡੇ ਪ੍ਰੋਗਰਾਮ ਦੇ ਦੋਨਾਂ ਪੜਾਵਾਂ ਦੇ ਵਿੱਚ ਮਤਲਬ ਕਿ ਫੈਕਟ ਤੇ ਜਾਣਕਾਰੀ ਦੇ ਵਿੱਚ ਤੁਹਾਨੂੰ ਮੈਂ ਕੁਝ ਇਦਾਂ ਦੀਆਂ ਗੱਲਾਂ ਦੇ ਰੂਬਰੂ ਕਰਵਾਉਣੀ ਆ ਜਿਹੜੀਆਂ ਕਿ ਤੁਹਾਡੇ ਆਲੇ ਦੁਆਲੇ ਹੁੰਦੀਆਂ ਜ਼ਰੂਰ ਨੇ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਵੀ ਜ਼ਰੂਰ ਚਾਹੁੰਦੇ ਹੋ पर सानू किसी ना किसी रीजन करके उन्हां गल्लां दे बारे पता नहीं लगदा। पर यह प्रोग्राम स्पैशली तुहाडे लई ही बनाया गया है ताकि तुसी इन्हां सारियां गल्लां तो जाणू हो सको। सो बिना किसी देरी तो आपां शुरू करदे हां इस प्रोग्राम नूं कि तुसी कदे ये सुणिया है कि या फिर तुसी कदे सोचिया है कि रेल पटड़ी नूं जंग क्यों नहीं लगदा? सोचा कदे नहीं ना? सो इसका जवाब भी तुहानू अज दे प्रोग्राम दे विच मिलेगा। ते एक इदां दा पंछी जिहड़ा कि उड़दा ही रहिंदा आ, हाँ बिल्कुल इदां दा पंछी जिहड़ा हमेशा उड़दा ही रहिंदा आ, ਉਹਦੇ ਬਾਰੇ ਵੀ मैं ਤੁਹਾਨੂੰ ਦੱਸਾਂਗੀ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਅਸੀਂ ਜਾਣਕਾਰੀ ਦੇ ਪੜਾਅ ਵਿੱਚ ਗੱਲ ਕਰਾਂਗੇ ਬੈਸਟ ਫੁੱਟਬਾਲ ਪਲੇਅਰ, ਜਿਹੜੀ ਗੱਲ ਕਰਾਂ ਤਾਂ ਉਹਨਾਂ ਦਾ ਨਾਮ ਹੈ ਰੋਨਾਲਡੋ। ਸੋ ਜਾਣਕਾਰੀ ਵਾਲੇ ਪੜਾਅ ਦੇ ਵਿੱਚ ਅਸੀਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਪੜਾਅ ਤੋਂ, ਮਤਲਬ ਕਿ ਫੈਕਟ ਤੋਂ। ਸੋ ਗੱਲ ਕਰਦੇ ਹਾਂ ਸਾਡੇ ਅੱਜ ਦੇ ਪਹਿਲੇ ਫੈਕਟ ਦੇ ਬਾਰੇ। ਅਸੀਂ ਸਾਰੇ ਐਲਬਰਟ ਆਇਨਸਟਾਈਨ ਨੂੰ ਇੱਕ ਮਹਾਨ ਵਿਗਿਆਨਿਕ ਦੇ ਰੂਪ ਵਿੱਚ ਯਾਦ ਕਰਦੇ ਹਾਂ। ਸਾਇੰਸ ਦੀ ਦੁਨੀਆ ਵਿੱਚ ਦਿੱਤੇ ਗਏ ਆਪਣੇ ਯੋਗਦਾਨਾਂ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਹੀ ਨਹੀਂ, ਟਾਈਮ ਮੈਗਜ਼ੀਨ ਨੇ ਉਹਨਾਂ ਨੂੰ 20ਵੀਂ ਸਦੀ ਦਾ ਪਰਸਨ ਆਫ ਦ ਸੈਂਚੁਰੀ ਦਾ ਖਿਤਾਬ ਵੀ ਦਿੱਤਾ ਸੀ। ਪਰ ਤੁਸੀਂ ਇਹ ਜਾਣ ਕੇ ਵੀ ਹੈਰਾਨ ਹੋ ਜਾਓਗੇ ਕਿ ਇਸ ਵਿਗਿਆਨਿਕ ਦੀ ਨਿੱਜੀ ਜ਼ਿੰਦਗੀ ਉਨੀ ਮਹਾਨ ਨਹੀਂ ਸੀ ਜਿੰਨੀ ਕਿ ਇਸ ਦੀ ਸਮਾਜਿਕ ਜ਼ਿੰਦਗੀ ਸੀ। ਮਿਲੇਵਾ ਮਾਰਿਕ ਆਇਨਸਟਾਈਨ ਦੀ ਪਹਿਲੀ ਪਤਨੀ ਸੀ। ਇੱਕ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਦੋਨਾਂ ਦੇ ਰਿਸ਼ਤੇ ਦੇ ਵਿੱਚ ਕੜਵਾਹਟ ਆਉਣ ਲੱਗੀ ਸੀ ਤੇ ਉਦੋਂ ਆਇਨਸਟਾਈਨ ਨੇ ਮਿਲੇਵਾ ਦੇ ਨਾਲ ਬਹੁਤ ਬੁਰਾ ਵਰਤਾਵ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਨਾਂ ਦੇ ਵਿੱਚ ਵਿਵਾਦ ਜ਼ਿਆਦਾ ਵੱਧ ਗਿਆ ਸੀ ਤੇ ਫਿਰ ਆਇਨਸਟਾਈਨ ਨੇ ਇਹ ਫੈਸਲਾ ਕੀਤਾ ਕਿ ਮਿਲੇਵਾ ਤੇ ਉਹ ਦੋਨੋਂ ਸਿਰਫ ਆਪਣੇ ਬੱਚਿਆਂ ਲਈ ਇੱਕ ਸਾਥ ਰਹਿਣਗੇ। ਪਰ ਮਿਲੇਵਾ ਨੂੰ ਨਾਲ ਰੱਖਣ ਲਈ ਆਇਨਸਟਾਈਨ ਦੇ ਕੁਝ ਸ਼ਰਤਾਂ ਲਗਾ ਦਿੱਤੀਆਂ, ਜਿਨ੍ਹਾਂ ਵਿੱਚੋਂ ਕੁਝ ਇਹ ਸੀ ਕਿ ਮਿਲੇਵਾ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਆਇਨਸਟਾਈਨ ਦੇ ਕੱਪੜੇ ਸਾਫ਼ ਹੋਣ ਤੇ ਹਮੇਸ਼ਾ ਸਹੀ ਕ੍ਰਮ ਦੇ ਵਿੱਚ ਰੱਖੇ ਹੋਣ। ਮਿਲੇਵਾ ਨੂੰ ਆਇਨਸਟਾਈਨ ਦੇ ਸਾਹਮਣੇ ਗੱਲ ਤੱਕ ਕਰਨ ਦੀ ਆਜ਼ਾਦੀ ਨਹੀਂ ਸੀ। ਹਰ ਦਿਨ ਮਿਲੇਵਾ ਨੂੰ ਆਇਨਸਟਾਈਨ ਦੇ ਕਮਰੇ ਵਿੱਚ 3 ਟਾਈਮ ਖਾਣਾ ਪਹੁੰਚਾਉਣਾ ਹੋਵੇਗਾ ਤੇ ਨਾਲ ਹੀ ਆਇਨਸਟਾਈਨ ਦਾ ਕਮਰਾ ਤੇ ਰਿਸਰਚ ਰੂਮ ਸਾਫ਼ ਰੱਖਣ ਦੀ ਜ਼ਿੰਮੇਵਾਰੀ ਵੀ ਮਿਲੇਵਾ ਦੀ ਹੀ ਸੀ। ਆਇਨਸਟਾਈਨ ਨੇ ਮਿਲੇਵਾ ਦੇ ਸਾਹਮਣੇ ਇਹ ਵੀ ਸ਼ਰਤ ਰੱਖੀ ਸੀ ਕਿ ਉਸਨੂੰ ਉਸਦੇ ਨਾਲ ਰਹਿਣ ਦੇ ਲਈ ਸਾਰੇ ਵਿਅਕਤੀਗਤ ਸੰਬੰਧਾਂ ਨੂੰ ਤਿਆਗਣਾ ਹੋਵੇਗਾ, ਜਿਵੇਂ ਕਿ ਘਰ ਦੇ ਅੰਦਰ ਉਸਦੇ ਨਾਲ ਬੈਠਣਾ ਜਾਂ ਫਿਰ ਬਾਹਰ ਯਾਤਰਾ ਤੇ ਉਸਦੇ ਨਾਲ ਜਾਣਾ। ਸੋ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਇੱਕ ਗੱਲ ਤਾਂ ਜ਼ਰੂਰ ਧਿਆਨ ਦੇ ਵਿੱਚ ਲਿਆ ਸਕਦੇ ਹਾਂ ਕਿ ਚਾਹੇ ਕੋਈ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਉਸਦੀ ਜਿਹੜੀ ਪਰਸਨਲ ਲਾਈਫ ਹੁੰਦੀ ਹੈ ਤੇ ਇੱਕ ਸੋਸ਼ਲ ਲਾਈਫ ਹੁੰਦੀ ਹੈ ਉਹ ਹਮੇਸ਼ਾ ਹੀ ਅਲੱਗ ਹੁੰਦੀ ਹੈ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਤੁਸੀਂ ਹਰ ਵੀਕਐਂਡ ਦੇ ਉੱਤੇ ਕੋਈ ਨਾ ਕੋਈ ਫਿਲਮ ਸਿਨੇਮਾ ਦੇ ਵਿੱਚ ਦੇਖਣ ਤਾਂ ਜ਼ਰੂਰ ਜਾਂਦੇ ਹੋਵੋਗੇ ਤੇ ਤੁਹਾਨੂੰ ਫਿਲਮਾਂ ਪਸੰਦ ਵੀ ਬਹੁਤ ਹੋਣਗੀਆਂ ਦੇਖਣੀਆਂ। ਪਰ ਕਦੇ ਤੁਸੀਂ ਇਹ ਸੋਚਿਆ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਫਿਲਮ ਕਿਹੜੀ ਹੈ? ਸੋ ਅਸੀਂ ਅਗਲੇ ਫੈਕਟ ਦੇ ਵਿੱਚ ਇਸੇ ਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਫਿਲਮ ਕਿਹੜੀ ਹੈ? ਇਸ ਦੇ ਬਾਰੇ ਜੇ ਗੱਲ ਕਰੀਏ ਤਾਂ ਇੰਡੀਅਨ ਫਿਲਮ ਇੰਡਸਟਰੀ ਦੀ ਬਾਹੂਬਲੀ 2 ਨੇ 1400 ਕਰੋੜ ਰੁਪਇਆ ਕਮਾ ਕੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਇੰਡੀਅਨ ਮੂਵੀ ਹੈ। ਤੇ ਉੱਥੇ ਹੀ ਪਿਛਲੇ ਸਾਲ 21,000 ਕਰੋੜ ਰੁਪਏ ਦੀ ਕਮਾਈ ਕਰਕੇ ਜੇਮਸ ਕੈਮਰੂਨ ਦੀ ਅਵਤਾਰ ਦੁਨੀਆ ਦੀ ਹਾਈਐਸਟ ਅਰਨਿੰਗ ਮੂਵੀ ਸੀ। ਪਰ ਅਵਤਾਰ ਤੋਂ ਇਹ ਤਾਜ ਆਪਣੇ ਨਾਮ ਕੀਤਾ ਮਾਰਵਲਸ ਦੀ ਐਵੇਂਜਰਸ ਐਂਡ ਗੇਮ ਨੇ, ਜੋ ਇੱਕ ਹੀ ਸਾਲ ਦੇ ਵਿੱਚ 22,000 ਕਰੋੜ ਰੁਪਏ ਦੀ ਕਮਾਈ ਕਰਕੇ ਬਣ ਗਈ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮੂਵੀ। ਸੋ ਅਗਲੇ ਫੈਕਟ ਦੇ ਵੱਲ ਵਧਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਪਹਿਲਾ ਰਾਕਟ, ਸਾਈਕਲ ਤੇ ਪਹਿਲਾ ਸੈਟੇਲਾਈਟ ਬੈਲ ਗੱਡੀ ਤੇ ਟਰਾਂਸਪੋਰਟ ਕੀਤੇ ਗਏ ਸੀ? ਦਰਅਸਲ ਸਪੇਸ ਐਕਸਪਲੋਰੇਸ਼ਨ ਦੇ ਸ਼ੁਰੂਆਤੀ ਦੌਰ ਤੇ ਭਾਰਤ ਦੇ ਵਿਗਿਆਨਿਕਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸੋ ਤੁਹਾਡੀ ਜਾਣਕਾਰੀ ਦੇ ਲਈ ਮੈਂ ਇਹ ਵੀ ਦੱਸ ਦਵਾਂ ਕਿ ਭਾਰਤ ਦੇ ਸਪੇਸ ਮਿਸ਼ਨ ਦੀ ਸ਼ੁਰੂਆਤ 1962 ਵਿੱਚ ਮਿਸਟਰ ਵਿਕਰਮ ਸਾਰਾਭਾਈ ਨੇ ਨਾਮੁਮਕਿਨ ਜਿਹੇ ਲੱਗਣ ਵਾਲੇ ਸੁਪਨੇ ਦੇ ਨਾਲ ਸ਼ੁਰੂ ਹੋਈ ਸੀ। ਵਿਕਰਮ ਸਾਰਾਭਾਈ ਨੇ ਰੂਸ ਦੇ ਸਪੁਤਨਿਕ ਲਾਂਚ ਦੇ ਬਾਅਦ ਨਹਿਰੂ ਸਰਕਾਰ ਨੂੰ ਸਪੇਸ ਐਕਸਪਲੋਰੇਟਰੀ ਪ੍ਰੋਗਰਾਮ ਦੀ ਇੰਪਰੋਸਟੇਟ ਸਮਝਾਈ, ਜਿਸ ਤੋਂ ਬਾਅਦ ਡਾਕਟਰ ਸਾਰਾਭਾਈ ਦੀ ਨਿਗਰਾਨੀ ਵਿੱਚ ਨੈਸ਼ਨਲ
कमेटी फॉर स्पेस रिसर्च ने या फिर इनकोस्पार ਦਾ ਗਠਨ ਕੀਤਾ ਗਿਆ ਸੀ। ਇਨकोस्पार ਦਾ ਨਾਮ 15 ਅਗਸਤ 1969 ਵਿੱਚ ਬਦਲ ਕੇ ਇਸਰੋ ਕਰ ਦਿੱਤਾ ਗਿਆ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਵਿਗਿਆਨਿਕ ਆਪਣੇ ਪਹਿਲੇ ਸਫ਼ਰ ਦੇ ਵਿੱਚ ਅੰਤਰਿਕਸ਼ ਨੂੰ ਮੁੱਠੀ ਵਿੱਚ ਕਰਨ ਦੇ ਲਈ ਸਾਈਕਲ ਤੇ ਬੈਲ ਗੱਡੀ ਦੇ ਜ਼ਰੀਏ ਨਿਕਲੇ ਸੀ। ਯਕੀਨ ਨਹੀਂ ਹੁੰਦਾ ਨਾ, ਪਰ ਇਹ ਸੱਚ ਹੈ। ਪਰ ਭਾਰਤੀ ਵਿਗਿਆਨਿਕ ਆਪਣੇ ਪਹਿਲੇ ਰਾਕੇਟ ਨੂੰ ਸਾਈਕਲ ਤੇ ਲੱਦ ਕੇ ਪ੍ਰक्षेपण स्थल ਤੇ ਲੈ ਗਏ ਸੀ। ਇਸ ਮਿਸ਼ਨ ਦਾ ਦੂਸਰਾ ਰਾਕੇਟ ਕਾਫੀ ਵੱਡਾ ਤੇ ਭਾਰੀ ਸੀ। ਇਸ ਨੂੰ ਬੈਲ ਗੱਡੀ ਦੇ ਸਹਾਰੇ ਪ੍ਰक्षेपण स्थल ਤੇ ਲਿਆਂਦਾ ਗਿਆ ਸੀ। ਔਰ ਇਸ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਭਾਰਤ ਨੇ ਆਪਣੇ ਪਹਿਲੇ ਰਾਕੇਟ ਦੇ ਲਈ ਨਾਰੀਅਲਾਂ ਦੇ ਪੇੜਾਂ ਤੇ ਇੱਕ ਲਾਂਚਿੰਗ ਪੈਡ ਬਣਾਇਆ ਸੀ। ਉਸ ਸਮੇਂ ਇਸਰੋ ਦੇ ਕੋਲ ਆਪਣਾ ਆਫਿਸ ਵੀ ਨਹੀਂ ਸੀ। ਇੱਕ ਕੈਥੋਲਿਕ ਚਰਚ ਸੇਂਟਸ ਮੈਰੀ ਨੂੰ ਆਫਿਸ ਦੇ ਰੂਪ ਦੇ ਵਿੱਚ ਇਸਤੇਮਾਲ ਕਰਕੇ ਸਾਡੇ ਵਿਗਿਆਨਿਕ ਸਾਡੀ ਪਲੈਨਿੰਗ ਕਰਦੇ ਸੀ। ਨਿਸ਼ਚਿਤ ਹੀ ਇੱਕ ਸਾਈਕਲ ਤੋਂ ਰਾਕੇਟ ਢੋਣ ਤੋਂ ਲੈ ਕੇ ਚੰਦ ਤੇ ਮੰਗਲ ਤੱਕ ਦਾ ਇਹ ਸਫ਼ਰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੇ ਬਾਰੇ। ਕੀ ਤੁਸੀਂ ਇਹ ਜਾਣਦੇ ਹੋ ਕਿ ਰੇਲ ਦੀ ਪਟੜੀ ਨੂੰ ਜੰਗ ਕਿਉਂ ਨਹੀਂ ਲੱਗਦਾ ਜਦ ਕਿ ਉਹ 24 ਘੰਟੇ ਹਵਾ ਤੇ ਪਾਣੀ ਦੇ ਵਿੱਚ ਰਹਿੰਦੀ ਹੈ? ਦਰਅਸਲ ਰੇਲ ਦੀਆਂ ਪਟੜੀਆਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਸਟੀਲ ਆਮ ਸਟੀਲ ਨਹੀਂ ਹੁੰਦਾ। ਇਹਦੇ ਵਿੱਚ ਮਜ਼ਬੂਤੀ ਤੇ ਜੰਗ ਪ੍ਰਤੀਰੋਧੀ ਸ਼ਮਤਾ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਐਲੀਮੈਂਟਸ ਐਡ ਕੀਤੇ ਜਾਂਦੇ ਨੇ। ਆਮ ਤੌਰ ਦੇ ਉੱਤੇ ਇਹਨਾਂ ਰੇਲਵੇ ਲਾਈਨ ਤੇ ਹੈਡ ਫੀਲਡ ਮੈਗਨੀਜ਼ ਸਟੀਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੇ ਵਿੱਚ 12 ਤੋਂ 14% ਮੈਗਨੀਜ਼ ਐਡ ਕੀਤਾ ਜਾਂਦਾ ਹੈ ਤੇ ਇਸੇ ਕਾਰਨ ਰੇਲ ਦੀਆਂ ਪਟੜੀਆਂ ਦੇ ਵਿੱਚ ਜੰਗ ਨਹੀਂ ਲੱਗਦਾ। ਹਾਲਾਂਕਿ ਰੇਲ ਕੋਚ ਦੇ ਮਾਲ ਡੱਬੇ ਵਿੱਚ ਇਸਤੇਮਾਲ ਹੋਣ ਵਾਲਾ ਸਟੀਲ ਬਾਜ਼ਾਰ ਵਿੱਚ ਉਪਲਬਧ ਸਟੀਲ ਵਰਗਾ ਹੀ ਹੁੰਦਾ ਹੈ, ਪਰ ਇਹਦੇ ਵਿੱਚ ਵੀ ਕੁਝ ਮਾਤਰਾ ਦੇ ਵਿੱਚ ਕਾਪਰ ਮਿਲੇ ਹੋਣ ਦੇ ਕਾਰਨ ਤੇ ਠੀਕ ਤਰ੍ਹਾਂ ਨਾਲ ਪੇਂਟ ਹੋਣ ਦੇ ਕਾਰਨ ਇਹਦੇ ਵਿੱਚ ਜੰਗ ਨਹੀਂ ਲੱਗਦਾ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੀ। ਵੈਸੇ ਤਾਂ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਦੇ ਕੋਲ ਇੱਕ ਹੀ ਦਿਮਾਗ ਹੈ। ਇਹਨਾਂ ਸਾਰਿਆਂ ਜੀਵਾਂ ਦੇ ਵਿੱਚੋਂ ਸਮਝਦਾਰ ਸਿਰਫ ਇਨਸਾਨ ਹੈ ਤੇ ਇਨਸਾਨ ਹੀ ਆਪਣੇ ਦਿਮਾਗ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦਾ ਹੈ। ਸੋ ਇਸੇ ਲਈ ਅਸੀਂ ਅੱਜ ਵਿਕਸਿਤ ਹਾਂ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਲੀਜ਼ ਜਾਣੇ ਕਿ ਜੋਕ ਦੇ ਸਰੀਰ ਵਿੱਚ ਇੱਕ ਨਹੀਂ मतलब 20 ਦਿਮਾਗ ਹੁੰਦੇ ਨੇ। ਜੀ ਹਾਂ, ਬਿਲਕੁਲ ਤੁਸੀਂ ਇਹ ਸਹੀ ਸੁਣਿਆ। ਤੁਸੀਂ ਹੁਣ ਇਹ ਸੋਚ ਰਹੇ ਹੋਵੋਗੇ ਕਿ ਇੱਕ ਛੋਟੇ ਜਿਹੇ ਜੀਵ ਦੇ ਵਿੱਚ 32 ਦਿਮਾਗ ਕਿਵੇਂ ਹੋ ਸਕਦੇ ਨੇ। ਜੋ ਮੈਂ ਹੁਣ ਤੁਹਾਨੂੰ ਅੱਗੇ ਦੱਸਣ ਜਾ ਰਹੀ ਹਾਂ, ਇਹ ਸੁਣ ਕੇ ਤੁਹਾਨੂੰ ਇੱਕ ਹੋਰ ਝਟਕਾ ਲੱਗੇਗਾ, ਕਿਉਂਕਿ ਲੀਜ਼ ਦੇ ਸਰੀਰ ਦੇ ਵਿੱਚ 10 ਪੇਟ, 9 ਜੋੜੀ ਅੰਡਕੋਸ਼ ਤੇ ਕਈ 100 ਦੰਦ ਹੁੰਦੇ ਨੇ। ਜੋਕ ਦੇ ਸਰੀਰ ਦੀ ਸੰਰਚਨਾ ਦੀ ਇਹ ਤਸਵੀਰ ਸਭ ਕੁਝ ਦੱਸਦੀ ਹੈ। ਲੱਗਿਆ ਨਾ ਇਹ ਗੱਲ ਸੁਣ ਕੇ ਤੁਹਾਨੂੰ ਇੱਕ ਝਟਕਾ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ। ਹੁਣ ਮੈਂ ਤੁਹਾਨੂੰ ਏਦਾਂ ਦੇ ਪੰਛੀ ਬਾਰੇ ਦੱਸਣ ਜਾ ਰਹੀ ਹਾਂ ਜੋ ਸਾਲਾਂ ਤੱਕ ਆਸਮਾਨ ਦੇ ਵਿੱਚ ਉੱਡਦਾ ਰਹਿ ਸਕਦਾ ਹੈ। ਐਲਬਰਟ ਰੋਜ਼ ਪ੍ਰਜਾਤੀ ਦਾ ਪੰਛੀ ਬਿਨਾਂ ਲੈਂਡਿੰਗ ਤੋਂ ਸਾਲੋਂ ਸਾਲ ਉੱਡਦਾ ਰਹਿ ਸਕਦਾ ਹੈ, ਪਰ ਇਹ ਪੰਛੀ ਜ਼ਿਆਦਾਤਰ ਸਮੁੰਦਰ ਦੇ ਉੱਪਰ ਉੱਡਦੇ ਦਿਖਾਈ ਦਿੰਦੇ ਹਨ। ਇਹ ਪੰਛੀ ਜ਼ਿਆਦਾਤਰ ਜਦੋਂ ਰੁਕਦੇ ਵੀ ਨੇ ਆਪਣੇ ਖਾਣ ਵਾਸਤੇ ਰੁਕਦੇ ਨੇ ਜਾਂ ਫਿਰ ਆਪਣੇ ਦੂਸਰੇ ਪੰਛੀਆਂ ਨੂੰ ਮਿਲਣ ਵਾਸਤੇ ਰੁਕਦੇ ਨੇ। ਬਾਕੀ ਸਮਾਂ ਸਿਰਫ ਇਹ ਉੱਡਦੇ ਹੀ ਰਹਿੰਦੇ ਨੇ। ਇਹੀ ਨਹੀਂ, ਦੂਸਰੇ ਪੰਛੀਆਂ ਦੇ ਮੁਕਾਬਲੇ ਇਸ ਪ੍ਰਜਾਤੀ ਦੇ ਪੰਛੀ ਜ਼ਿਆਦਾ ਦੇਰ ਤੱਕ ਜ਼ਿੰਦਾ ਰਹਿੰਦੇ ਹਨ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਇਸ ਪ੍ਰਜਾਤੀ ਵਿੱਚ ਵਿਜ਼ਡਮ ਨਾਮ ਦਾ ਪੰਛੀ ਹੈ ਜੋ ਦੁਨੀਆ ਦੇ ਸਭ ਤੋਂ ਉਮਰਦਰਾਜ਼ ਪੰਛੀਆਂ ਵਿੱਚੋਂ ਇੱਕ ਹੈ ਤੇ ਇਸ ਦੀ ਉਮਰ 68 ਸਾਲ ਦੱਸੀ ਜਾਂਦੀ ਹੈ। ਇਹ ਪੰਛੀ ਆਪਣੀ ਪੂਰੀ ਜ਼ਿੰਦਗੀ ਵਿੱਚ ਔਸਤਨ ਲਗਭਗ 3 ਲੱਖ ਮੀਲ ਜਾਣੀ ਕਿ 4,82,000 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਦੇ ਹਨ। ਤੁਹਾਨੂੰ ਇਹ ਜਾਣ ਕੇ ਨਿਰਾਸ਼ਾ ਵੀ ਹੋਵੇਗੀ ਕਿ ਪੰਛੀਆਂ ਦੀ ਇੱਕ ਖੂਬਸੂਰਤ ਜਿਹੀ ਪ੍ਰਜਾਤੀ ਲੁਪਤ ਹੋਣ ਦੀ ਕਗਾਰ ਤੇ ਹੈ। ਬਰਡ ਲਾਈਫ ਇੰਟਰਨੈਸ਼ਨਲ ਨਾਮ ਦੀ ਇੱਕ ਸੰਸਥਾ ਨੇ ਸੇਵ ਦ ਐਲਬਰਟਰੋਜ਼ ਨਾਮ ਦਾ ਇੱਕ ਗਲੋਬਲ ਕੈਂਪੇਨ ਵੀ ਚਲਾਇਆ ਹੈ, ਜਿਸ ਵਿੱਚ ਇਹਨਾਂ ਨੂੰ ਥੋੜੀ ਬਹੁਤ ਸਫਲਤਾ ਮਿਲ ਹੀ ਗਈ ਹੈ। ਸੋ ਜੀ ਵਧਦੇ ਹਾਂ ਹੁਣ ਅਸੀਂ ਆਪਣੇ ਅਗਲੇ ਪੜਾਅ ਦੇ ਵੱਲ, ਮਤਲਬ ਕਿ ਜਾਣਕਾਰੀ ਦੇ ਵੱਲ। ਸੋ ਅੱਜ ਦੀ ਜਾਣਕਾਰੀ ਦੇ ਵਿੱਚ ਮੈਂ ਤੁਹਾਨੂੰ ਇਦਾਂ ਦੇ ਇਨਸਾਨ ਦੇ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੇ ਆਪਣੀ ਮਿਹਨਤ ਦੇ ਸਦਕਾ ਦੁਨੀਆ ਦੇ ਵਿੱਚ ਇੱਕ ਅਲੱਗ ਹੀ ਮੁਕਾਮ ਹਾਸਲ ਕਰ ਲਿਆ। ਸੋ ਵਧਦੇ ਹਾਂ ਜੀ ਸਾਡੇ ਜਾਣਕਾਰੀ ਦੇ ਪੜਾਅ ਵੱਲ। ਇਨਸਾਨ ਕਦੇ ਵੀ ਮਹਾਨ ਪੈਦਾ ਨਹੀਂ ਹੁੰਦਾ, ਬਲਕਿ ਉਹ ਆਪਣੀ ਮਿਹਨਤ ਤੇ ਲਗਨ ਦੇ ਨਾਲ ਮਹਾਨ ਬਣਦਾ ਹੈ। ਅੱਜ ਅਸੀਂ ਗੱਲ ਕਰਾਂਗੇ ਉਸ ਇਨਸਾਨ ਦੀ ਜੋ ਨੰਬਰ 1 ਬਣਿਆ ਹੀ ਨਹੀਂ ਬਲਕਿ ਨੰਬਰ 1 ਤੇ ਟਿਕਿਆ ਵੀ ਰਿਹਾ। ਜਦ ਕਿ ਕਿਸੇ ਵੀ ਕੰਮ ਵਿੱਚ ਨੰਬਰ 1 ਬਣਨਾ ਸੌਖਾ ਤਾਂ ਹੈ, ਪਰ ਉਸ ਕੰਮ ਵਿੱਚ ਲੰਬੇ ਸਮੇਂ ਤੱਕ ਨੰਬਰ 1 ਬਣੇ ਰਹਿਣਾ ਬਹੁਤ ਔਖਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ, ਜਿਸ ਨੂੰ ਸਾਰੀ ਦੁਨੀਆ ਦੇ ਲੋਕ ਜਾਣਦੇ ਨੇ। ਰੋਨਾਲਡੋ ਪੁਰਤਗਾਲ ਦੇ ਇੱਕ ਸ਼ਹਿਰ ਵਿੱਚ 5 ਫਰਵਰੀ 1985 ਨੂੰ ਇੱਕ ਮਾਲੀ ਦੇ ਘਰ ਪੈਦਾ ਹੋਇਆ ਸੀ, ਪਰ ਉਸਨੇ ਆਪ ਦੀ ਮਿਹਨਤ ਤੇ ਸਾਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਤੇ ਅੱਜ ਉਹ ਕਰੋੜਾਂ ਦੇ ਘਰ ਵਿੱਚ ਰਹਿੰਦਾ ਹੈ ਤੇ ਕਰੋੜਾਂ ਦੀ ਗੱਡੀ ਵਿੱਚ ਘੁੰਮਦਾ ਹੈ। ਪਰ ਉਸਦਾ ਬਚਪਨ ਬਹੁਤ ਮੁਸੀਬਤ ਵਿੱਚ ਗੁਜ਼ਰਿਆ ਸੀ।
ਉਹ ਟੀਨਾ ਦੇ ਬਣੇ ਘਰ ਵਿੱਚ ਰਹਿੰਦਾ ਸੀ, ਪਰ ਅੱਜ ਉਹ 700 ਕਰੋੜ ਰੁਪਏ ਸਾਲ ਦਾ ਕਮਾਉਂਦਾ ਹੈ ਤੇ ਫੁੱਟਬਾਲ ਖੇਡਣ ਵਾਲੇ ਰੋਨਾਲਡੋ ਨੂੰ ਰੱਬ ਦਾ ਦਰਜਾ ਵੀ ਦਿੰਦੇ ਨੇ। ਸੋ ਰੋਨਾਲਡੋ ਦੇ ਪਿਤਾ ਪੁਰਤਗਾਲ ਦੇ ਨਗਰ ਨਿਗਮ ਵਿੱਚ ਮਾਲੀ ਦੀ ਨੌਕਰੀ ਕਰਦੇ ਸੀ। ਉਹ ਪੌਦਿਆਂ ਦੀ ਕਟਾਈ ਵਢਾਈ ਤੇ ਉਹਨਾਂ ਨੂੰ ਪਾਣੀ ਦਿੰਦੇ ਸੀ। ਰੋਨਾਲਡੋ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਉਹ ਆਪਣੇ ਪਿਤਾ ਨੂੰ ਰੋਜ਼ ਮਿਹਨਤ ਕਰਦੇ ਦੇਖਦੇ ਤੇ ਉਸਨੇ ਇਸ ਕਾਰਨ ਆਪਣੇ ਸਕੂਲ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਆਪਣਾ ਧਿਆਨ ਉਸ ਪਾਸੇ ਲਾ ਸਕੇ। ਪਰ ਹੌਲੀ-ਹੌਲੀ ਫੁੱਟਬਾਲ ਪ੍ਰਤੀ ਲਗਨ ਵਧਣ ਲੱਗੀ, ਜਿਸ ਨੂੰ ਦੇਖਦੇ ਹੋਏ ਐਡੋਰੀਡਾ ਫੁੱਟਬਾਲ ਕਲੱਬ ਨੇ ਉਸ ਨੂੰ ਆਪਣੇ ਕਲੱਬ ਵਿੱਚ ਸ਼ਾਮਲ ਕਰ ਲਿਆ। ਤੇ ਤੁਹਾਨੂੰ ਦੱਸ ਦਈਏ ਕਿ ਰੋਨਾਲਡੋ ਦੀ ਮਾਤਾ ਉਸ ਨੂੰ ਕ੍ਰਾਈ ਬੇਬੀ ਬੁਲਾਉਂਦੀ ਸੀ, ਕਿਉਂਕਿ ਰੋਨਾਲਡੋ ਹਾਰਨ ਤੇ ਜਾਂ ਗੋਲ ਨਾ ਕਰਨ ਤੇ ਗਰਾਊਂਡ ਵਿੱਚ ਹੀ ਰੋਣ ਲੱਗ ਜਾਂਦਾ ਸੀ। ਤੇ ਅੱਜ ਵੀ ਉਸ ਦੇ ਟੀਮ ਮੈਂਬਰ ਉਸ ਨੂੰ ਇਸ ਨਾਮ ਤੋਂ ਹੀ ਬੁਲਾਉਂਦੇ ਨੇ। ਤੇ ਫੁੱਟਬਾਲ ਵਿੱਚ ਵਧੀਆ ਖੇਡਣ ਕਾਰਨ ਉਹ 10 ਸਾਲ ਦੀ ਉਮਰ ਵਿੱਚ ਪੁਰਤਗਾਲ ਦੇ ਸਭ ਤੋਂ ਵੱਡੇ ਕਲੱਬ ਨਾਲ ਜੁੜ ਗਿਆ ਸੀ ਤੇ ਉਹ 2 ਸਾਲ ਤੱਕ ਉਸ ਕਲੱਬ ਵਿੱਚ ਹੀ ਖੇਡਿਆ। ਉਸਨੇ ਇੱਕ ਵਾਰ ਕਿਹਾ ਕਿ ਉਹ ਇਸ ਕਲੱਬ ਵਿੱਚ ਆਪਣੇ ਦੋਸਤ ਕਾਰਨ ਹੀ ਸ਼ਾਮਿਲ ਹੋ ਸਕਿਆ ਸੀ ਤੇ ਉਹ ਉਸ ਦੋਸਤ ਦਾ ਸਦਾ ਧੰਨਵਾਦੀ ਰਹੇਗਾ। ਅਸਲ ਵਿੱਚ ਹੋਇਆ ਇੰਜ ਸੀ ਕਿ ਉਹ ਦੋਵੇਂ ਇੱਕ ਕਲੱਬ ਦੇ ਵਿੱਚ ਖੇਡਦੇ ਸੀ ਤੇ ਜਦੋਂ ਇੱਕ ਵਾਰ ਕੁਝ ਅਫਸਰ ਖਿਡਾਰੀ ਚੋਣ ਲਈ ਆਏ ਤਾਂ ਉਹਨਾਂ ਨੇ ਕਿਹਾ ਕਿ ਜੋ ਵੱਧ ਗੋਲ ਕਰੇਗਾ ਉਸ ਨੂੰ ਅਸੀਂ ਆਪਣੀ ਅਕੈਡਮੀ ਵਿੱਚ ਹਿੱਸਾ ਦੇਵਾਂਗੇ। ਤੇ ਰੋਨਾਲਡੋ ਦੀ ਟੀਮ 3-0 ਨਾਲ ਜਿੱਤ ਗਈ ਸੀ ਤੇ ਜਿਸ ਵਿੱਚ ਪਹਿਲਾ ਗੋਲ ਰੋਨਾਲਡੋ ਨੇ ਕੀਤਾ ਸੀ ਤੇ ਦੂਜਾ ਗੋਲ ਉਸਦੇ ਦੋਸਤ ਅਲਬਰਟ ਨੇ ਕੀਤਾ ਤੇ ਤੀਜਾ ਗੋਲ ਵੀ ਅਲਬਰਟ ਆਸਾਨੀ ਨਾਲ ਕਰ ਸਕਦਾ ਸੀ, ਪਰ ਉਸਨੇ ਰੋਨਾਲਡੋ ਨੂੰ ਬਾਲ ਪਾਸ ਕਰ ਦਿੱਤੀ ਤੇ ਰੋਨਾਲਡੋ ਨੇ 2 ਗੋਲ ਕਰ ਲਏ ਤੇ ਅਕੈਡਮੀ ਵਿੱਚ ਸ਼ਾਮਲ ਹੋ ਗਿਆ। ਤੇ ਜਦੋਂ ਰੋਨਾਲਡੋ ਨੇ ਅਲਬਰਟ ਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕੀਤਾ ਤਾਂ ਅਲਬਰਟ ਨੇ ਕਿਹਾ ਕਿ ਤੂੰ ਮੇਰੇ ਤੋਂ ਕਈ ਗੁਣਾ ਜ਼ਿਆਦਾ ਵਧੀਆ ਖਿਡਾਰੀ ਹੈ। ਸੋ ਰੋਨਾਲਡੋ ਉਸ ਦਿਨ ਖੁਸ਼ੀ ਦੇ ਵਿੱਚ ਬਹੁਤ ਰੋਇਆ ਅਤੇ ਇਸ ਤੋਂ ਬਾਅਦ ਦੋਨੋਂ ਹੋਰ ਜ਼ਿਆਦਾ ਗੂੜੇ ਦੋਸਤ ਬਣ ਗਏ। ਇਹ ਅਲਬਰਟ ਦਾ ਲਾਸਟ ਮੈਚ ਸੀ। ਇਸ ਤੋਂ ਬਾਅਦ ਉਸਨੇ ਕਿਤੇ ਕੰਮ ਹੀ ਨਹੀਂ ਕੀਤਾ, ਪਰ ਫਿਰ ਵੀ ਉਹ ਇੱਕ ਵਧੀਆ ਘਰ ਵਿੱਚ ਰਹਿੰਦਾ ਹੈ, ਇੱਕ ਵਧੀਆ ਕਾਰ ਦੇ ਵਿੱਚ ਘੁੰਮਦਾ ਹੈ, ਕਿਉਂਕਿ ਰੋਨਾਲਡੋ ਨੇ ਉਸਨੂੰ ਕਦੇ ਕੰਮ ਹੀ ਨਹੀਂ ਕਰਨ ਦਿੱਤਾ ਅਤੇ ਉਸਨੂੰ ਇੱਕ ਵਧੀਆ ਜ਼ਿੰਦਗੀ ਦੇ ਦਿੱਤੀ। ਕਿਉਂਕਿ ਰੋਨਾਲਡੋ ਕਹਿੰਦਾ ਹੈ ਕਿ ਜੇ ਉਸ ਦਿਨ ਇਹ ਗੋਲ ਕਰ ਦਿੰਦਾ ਤਾਂ ਮੇਰੀ ਜ਼ਿੰਦਗੀ ਅੱਜ ਕਿਤੇ ਹੋਰ ਹੀ ਹੋਣੀ ਸੀ, ਜਿਸ ਕਾਰਨ ਰੋਨਾਲਡੋ ਨੇ ਉਸਨੂੰ ਅੱਜ ਤੱਕ ਇੱਕ ਲਗਜ਼ਰੀ ਲਾਈਫ ਦਿੱਤੀ ਹੈ। ਸੋ ਇੱਕ ਬਹੁਤ ਵੱਡੀ ਗੱਲ ਹੈ ਕਿ ਕੋਈ ਛੋਟੀ-ਮੋਟੀ ਗੱਲ ਨਹੀਂ ਹੈ ਇਹ, ਕਿਉਂਕਿ ਅੱਜ ਦੇ ਸਮੇਂ ਵਿੱਚ ਜਦੋਂ ਬੰਦਾ ਇੱਕ ਲੈਵਲ ਤੇ ਪਹੁੰਚ ਜਾਂਦਾ ਹੈ ਤੇ ਉਹ ਉਹਨਾਂ ਬੰਦਿਆਂ ਨੂੰ ਭੁੱਲ ਜਾਂਦਾ ਹੈ ਜਿਨ੍ਹਾਂ ਨੇ ਉਸ ਨੂੰ ਗਰਾਊਂਡ ਲੈਵਲ ਤੋਂ ਚੁੱਕਿਆ ਹੋਵੇ। ਸੋ ਇਸ ਤੋਂ ਬਾਅਦ ਰੋਨਾਲਡੋ ਨੂੰ ਇੱਕ ਕਲੱਬ ਨੇ 15 ਪਾਉਂਡ ਵਿੱਚ ਸਾਈਨ ਕਰ ਲਿਆ ਤੇ ਰੋਨਾਲਡੋ ਨੇ 12 ਸਾਲ ਦੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਸੀ, ਕਿਉਂਕਿ ਉਸਨੇ ਉਹ ਕਲੱਬ ਵਿੱਚ ਰਹਿ ਕੇ ਖੇਡਣਾ ਸੀ। ਇਸ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਰੋਨਾਲਡੋ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਰੋਨਾਲਡੋ ਦੇ ਦਿਲ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ, ਉਸਨੂੰ ਕੋਈ ਬਿਮਾਰੀ ਹੈ, ਜਿਸ ਕਾਰਨ ਉਸਦੀ ਧੜਕਨ ਜ਼ਿਆਦਾ ਤੇਜ਼ ਚੱਲਦੀ ਹੈ ਤੇ ਜਿਸ ਤੋਂ ਬਾਅਦ ਡਾਕਟਰ ਨੇ ਰੋਨਾਲਡੋ ਨੂੰ ਫੁੱਟਬਾਲ ਖੇਡਣ ਤੋਂ ਮਨਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਰੋਨਾਲਡੋ ਬਹੁਤ ਦੁਖੀ ਹੋਇਆ, ਕਿਉਂਕਿ ਅਜੇ ਉਹਦੀ ਸਾਰੀ ਜ਼ਿੰਦਗੀ ਪਈ ਸੀ ਤੇ ਜਿਸ ਗੇਮ ਲਈ ਉਹ ਪਾਗਲ ਸੀ ਉਸ ਤੋਂ ਡਾਕਟਰ ਨੇ ਮਨਾ ਕਰ ਦਿੱਤਾ ਸੀ। ਉਸਨੇ ਦਿਲ ਤੇ ਕੀ ਬੀਤ ਰਹੀ ਹੋਏਗੀ ਉਸ ਵੇਲੇ, ਪਰ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਅਸੀਂ ਇਸ ਦੇ ਦਿਲ ਦੀ ਸਰਜਰੀ ਕਰ ਸਕਦੇ ਹਾਂ, ਪਰ ਉਸ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਸੋ ਉਹ ਸਰਜਰੀ ਸਫਲ ਹੋਵੇ ਜਾਂ ਨਾ ਹੋਵੇ ਇਸ ਦਾ ਕੋਈ ਪਤਾ ਨਹੀਂ। ਰੋਨਾਲਡੋ ਨੇ ਸੋਚਿਆ ਕਿ ਜੇ ਮੈਂ ਫੁੱਟਬਾਲ ਹੀ ਨਾ ਖੇਡੀ ਮੈਂ ਤਾਂ ਵੈਸੇ ਹੀ ਮਰ ਜਾਵਾਂਗਾ, ਸੋ ਕਿਉਂ ਨਾ ਫਿਰ ਸਰਜਰੀ ਕਰਵਾ ਲਈ ਜਾਵੇ। ਸੋ ਫੁੱਟਬਾਲ ਤੋਂ ਬਿਨਾਂ ਉਸਨੂੰ ਮਰਨਾ ਹੀ ਸਹੀ ਲੱਗਿਆ ਤੇ ਉਸਨੇ ਇਹ ਰਿਸਕ ਲੈਣ ਲਈ ਸਰਜਰੀ ਕਰਵਾ ਲਈ। ਸੋ ਇਹ ਸਰਜਰੀ ਸਫਲ ਹੋ ਗਈ, ਜਿਸ ਕਾਰਨ ਰੋਨਾਲਡੋ ਦੁਬਾਰਾ ਫੁੱਟਬਾਲ ਖੇਡਣ ਲੱਗ ਪਿਆ ਤੇ ਹੁਣ ਉਹ ਦਿਲ ਦੀ ਸਰਜਰੀ ਵਾਲੇ ਮਾੜੇ ਸਮੇਂ ਵਿੱਚੋਂ ਨਿਕਲਿਆ ਹੀ ਸੀ ਕਿ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਰੋਨਾਲਡੋ ਦੇ ਪਿਤਾ ਦੀ ਮੌਤ ਹੋ ਗਈ ਤੇ ਇਸ ਘਟਨਾ ਨੇ ਰੋਨਾਲਡੋ ਨੂੰ ਹਿਲਾ ਕੇ ਰੱਖ ਦਿੱਤਾ, ਕਿਉਂਕਿ ਰੋਨਾਲਡੋ ਆਪਣੇ ਪਿਤਾ ਦੇ ਹੀ ਸਭ ਤੋਂ ਜ਼ਿਆਦਾ ਕਰੀਬ ਸੀ ਤੇ ਸ਼ਰਾਬ ਕਾਰਨ ਪਿਤਾ ਦੀ ਮੌਤ ਹੋਣ ਕਰਕੇ ਰੋਨਾਲਡੋ ਨੇ ਅੱਜ ਤੱਕ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਗਾਇਆ। ਤੇ ਇਸ ਦੇ ਪਿੱਛੇ ਇੱਕ ਹੋਰ ਵੀ ਕਾਰਨ ਹੈ ਜਿਸ ਦੇ ਬਾਰੇ ਅੱਗੇ ਗੱਲ ਕਰਾਂਗੇ। ਤੇ ਹੁਣ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਤੇ ਜੋ ਕਮਾਉਣ ਵਾਲਾ ਸੀ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ। ਤੇ ਰੋਨਾਲਡੋ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਤਾਂ ਜੋ ਕੁਝ ਕਮਾ ਸਕੇ ਤੇ ਰੋਨਾਲਡੋ ਉਸ ਵਕਤ ਕੁਝ ਨਹੀਂ ਕਰ ਸਕਦਾ ਸੀ ਤੇ ਉਸਨੇ ਆਪਣਾ ਸਾਰਾ ਧਿਆਨ ਫੁੱਟਬਾਲ ਤੇ ਲਾਇਆ ਤੇ ਪ੍ਰੈਕਟਿਸ ਕਰਨ ਲਈ ਸਭ ਤੋਂ ਪਹਿਲਾਂ ਗਰਾਊਂਡ ਵਿੱਚ ਆਉਂਦਾ ਸੀ ਤੇ ਸਭ ਤੋਂ ਬਾਅਦ ਗਰਾਊਂਡ ਵਿੱਚੋਂ ਨਿਕਲਦਾ ਸੀ। ਇੱਕ ਤਰ੍ਹਾਂ ਉਸਨੇ ਆਪਣਾ ਆਪ ਫੁੱਟਬਾਲ ਨੂੰ ਸਮਰਪਿਤ ਕਰ ਦਿੱਤਾ ਸੀ। ਰੋਨਾਲਡੋ ਪੜ੍ਹਾਈ ਵਿੱਚ ਜ਼ਿਆਦਾ ਵਧੀਆ ਨਹੀਂ ਸੀ, ਸੋ ਉਸਨੇ 14 ਸਾਲ ਦੀ ਉਮਰ ਵਿੱਚ ਆਪਣੀ ਟੀਚਰ ਦੇ ਕੁਰਸੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ।
ਤੇ 17 ਸਾਲ ਦੀ ਉਮਰ ਵਿੱਚ ਉਸਨੇ ਆਪਣਾ ਪਹਿਲਾ ਮੈਚ ਉੱਥੇ ਦੇ ਬਹੁਤ ਵੱਡੇ ਕਲੱਬ ਦੇ ਨਾਲ ਖੇਡਿਆ ਤੇ ਉਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਉਸ ਨੂੰ ਬਹੁਤ ਫਾਇਦਾ ਹੋਇਆ ਤੇ 2003 ਵਿੱਚ 18 ਸਾਲ ਦੀ ਉਮਰ ਵਿੱਚ ਉਸ ਨੂੰ ਮੈਨਚੈਸਟਰ ਯੂਨਾਈਟਿਡ ਕਲੱਬ ਨੇ 17 ਮਿਲੀਅਨ ਯੂਐਸ ਡਾਲਰ ਵਿੱਚ ਸਾਈਨ ਕੀਤਾ ਤੇ ਰੋਨਾਲਡੋ ਉਸ ਵਕਤ ਸਭ ਤੋਂ ਮਹਿੰਗੇ ਟੀਨੇਜਰ ਖਿਡਾਰੀ ਬਣ ਗਏ ਸੀ ਤੇ ਅੱਜ ਜੋ ਅਸੀਂ 7 ਨੰਬਰ ਜਰਸੀ ਨੂੰ ਰੋਨਾਲਡੋ ਦੀ ਦੇਖਦੇ ਹਾਂ ਉਹ ਅਸਲ ਵਿੱਚ 28 ਨੰਬਰ ਹੋਣ ਵਾਲੀ ਸੀ, ਪਰ ਕਿਸੇ ਦੀ ਗਲਤੀ ਕਾਰਨ ਰੋਨਾਲਡੋ ਨੂੰ ਨੰਬਰ 7 ਜਰਸੀ ਮਿਲੀ ਜੋ ਅੱਜ ਬ੍ਰਾਂਡ ਹੈ ਤੇ ਮੈਨਚੈਸਟਰ ਵਿੱਚ ਖੇਡਦੇ ਹੋਏ 3 ਪ੍ਰੀਮੀਅਰ ਲੀਗ ਟਾਈਟਲ ਤੇ 1 ਚੈਂਪੀਅਨ ਲੀਗ ਟਾਈਟਲ ਤੇ 1 ਫੀਫਾ ਕੱਪ ਵੀ ਰੋਨਾਲਡੋ ਨੇ ਜਿਤਾਇਆ ਤੇ ਇਸ ਤੋਂ ਬਾਅਦ 2009 ਵਿੱਚ ਰੀਅਲ ਮੈਡਰਿਡ ਕਲੱਬ ਨੇ 132 ਮਿਲੀਅਨ ਯੂਐਸ ਡਾਲਰ ਵਿੱਚ ਆਪਣੀ ਟੀਮ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਲਿਆ ਤੇ ਇਹ ਉਸ ਸਮੇਂ ਤੱਕ ਸਭ ਤੋਂ ਵੱਡੀ ਰਕਮ ਸੀ ਜੋ ਆਪਣੀ ਟੀਮ ਵਿੱਚ ਸ਼ਾਮਿਲ ਕਰਨ ਲਈ ਦਿੱਤੀ ਗਈ ਸੀ ਤੇ ਇਹ ਕੰਟਰੈਕਟ 2009 ਤੋਂ 2015 ਤੱਕ ਸੀ, ਪਰ ਰੋਨਾਲਡੋ ਦੀ ਗੇਮ ਦਾ ਲੈਵਲ ਬਹੁਤ ਉੱਚਾ ਸੀ ਤੇ ਜਿਸ ਦੇ ਨਾਲ ਉਸ ਦੀ ਸ਼ੋਹਰਤ ਵੱਧਦੀ ਹੀ ਗਈ ਤੇ ਰੀਅਲ ਮੈਡਰਿਡ ਵਿੱਚ ਰਹਿੰਦੇ ਹੋਏ ਰੋਨਾਲਡੋ ਨੇ 15 ਟਰਾਫੀਆਂ ਜਿੱਤੀਆਂ ਜਿਸ ਵਿੱਚ 2 ਲੀਗਾ ਟਾਈਟਲ ਤੇ 4 ਚੈਂਪੀਅਨ ਲੀਗ ਟਾਈਟਲ ਸ਼ਾਮਿਲ ਹੋਈਆਂ। ਰੋਨਾਲਡੋ ਦੇ ਕੋਚ ਨੇ ਇੱਕ ਵਾਰੀ ਦੱਸਿਆ ਸੀ ਕਿ ਇੱਕ ਵਾਰ ਮੈਚ ਲਈ ਜਿੱਥੇ ਉਹ ਗਏ ਸੀ ਉੱਥੇ ਕੋਲ ਹੀ ਇੱਕ ਜੰਗਲ ਸੀ ਤੇ ਰਾਤ ਨੂੰ 2 ਵਜੇ ਕੁਝ ਦਰਖਤਾਂ ਦੇ ਹਿੱਲਣ ਦੀ ਆਵਾਜ਼ ਆ ਰਹੀ ਸੀ ਤੇ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਦਰਖਤ ਕੱਟ ਰਿਹਾ ਤੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੇ ਦੇਖਿਆ ਤੇ ਰੋਨਾਲਡੋ ਰਾਤ ਨੂੰ 2 ਵਜੇ ਉੱਥੇ ਪ੍ਰੈਕਟਿਸ ਕਰ ਰਿਹਾ ਸੀ ਤੇ ਉਹ ਦਰਖਤਾਂ ਦੇ ਨਾਲ ਖੇਡ ਰਿਹਾ ਸੀ ਤੇ ਇੱਕ ਵਾਰ ਉਹਨਾਂ ਦੇ ਕੋਚ ਦੱਸਦੇ ਹਨ ਕਿ ਉਹ ਚੈਂਪੀਅਨ ਲੀਗ ਦਾ ਮੈਚ ਖੇਡ ਕੇ 2 ਵਜੇ ਆਪਣੇ ਹੋਟਲ ਪੁੱਜੇ ਤੇ ਰੋਨਾਲਡੋ ਦੇ ਬਾਕੀ ਸਾਥੀ ਆਪਣੇ ਕਮਰੇ ਦੇ ਵਿੱਚ ਸੌਣ ਲਈ ਚਲੇ ਗਏ, ਪਰ ਰੋਨਾਲਡੋ ਇਕੱਲਾ ਹੀ ਜਿਮ ਵਿੱਚ ਜਾ ਕੇ ਵਰਕਆਊਟ ਕਰਨ ਲੱਗਾ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਨੰਬਰ 1 ਬਣਨਾ ਜਿੰਨਾ ਮੁਸ਼ਕਿਲ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਮੁਸ਼ਕਿਲ ਨੰਬਰ 1 ਤੇ ਟਿਕੇ ਰਹਿਣਾ ਹੈ ਤੇ ਰੋਨਾਲਡੋ ਅੱਜ ਵੀ ਸਭ ਤੋਂ ਪਹਿਲਾਂ ਪ੍ਰੈਕਟਿਸ ਕਰਨ ਲਈ ਗਰਾਊਂਡ ਵਿੱਚ ਜਾਂਦਾ ਹੈ ਤੇ ਸਭ ਤੋਂ ਬਾਅਦ ਪ੍ਰੈਕਟਿਸ ਕਰਕੇ ਗਰਾਊਂਡ ਵਿੱਚੋਂ ਬਾਹਰ ਆਉਂਦਾ ਹੈ ਤੇ ਫਿਰ 2018 ਵਿੱਚ ਇਟਲੀ ਦੇ ਇੱਕ ਕਲੱਬ ਨੇ ਰੋਨਾਲਡੋ ਨੂੰ 100 ਮਿਲੀਅਨ ਪਾਉਂਡ ਵਿੱਚ ਸਾਈਨ ਕੀਤਾ ਜੋ 30 ਸਾਲ ਤੋਂ ਵੱਧ ਦੀ ਉਮਰ ਦੇ ਖਿਡਾਰੀ ਲਈ ਦਿੱਤਾ ਗਿਆ ਸਭ ਤੋਂ ਵੱਧ ਅਮਾਉਂਟ ਸੀ ਤੇ ਰੋਨਾਲਡੋ ਨੂੰ ਹੁਣ ਤੱਕ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਸੀ ਤੇ 2016 ਤੇ 2017 ਵਿੱਚ ਰੋਨਾਲਡੋ ਦੁਨੀਆ ਦੇ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਖਿਡਾਰੀ ਸੀ। ਰੋਨਾਲਡੋ ਕੱਲਾ ਅਜਿਹਾ ਖਿਡਾਰੀ ਹੈ ਜਿਸ ਨੇ 5 ਚੈਂਪੀਅਨ ਲੀਗ ਮੈਡਲ ਜਿੱਤੇ ਨੇ ਤੇ ਇੰਨੀ ਸ਼ੋਹਰਤ ਕਮਾਉਣ ਤੋਂ ਬਾਅਦ ਵੀ ਰੋਨਾਲਡੋ ਬਹੁਤ ਸਾਰੇ ਭਲਾਈ ਦੇ ਕੰਮ ਵੀ ਕਰਦੇ ਨੇ ਜੋ ਇੱਥੇ ਇੱਕ ਗੱਲ ਹੋਰ ਵੀ ਸਮਝਣ ਦੀ ਲੋੜ ਹੈ ਕਿ ਬਹੁਤ ਸਾਰੇ ਲੋਕ ਇਹ ਗੱਲ ਸੁਣ ਕੇ ਕਹਿੰਦੇ ਹੋਣਗੇ ਕਿ ਜੇਕਰ ਮੇਰੇ ਕੋਲੋਂ ਇੰਨਾ ਪੈਸਾ ਹੋਵੇ ਤੇ ਮੈਂ ਵੀ ਦਾਨ ਕਰ ਦਵਾਂਗਾ, ਪਰ ਇਹ ਪੈਸਾ ਕੋਈ ਬੈਠੇ ਬਿਠਾਏ ਨਹੀਂ ਆਉਂਦਾ ਜਾਂ ਇਹ ਕਹਿ ਕੇ ਨਹੀਂ ਆਇਆ ਕਿ ਰੱਬਾ ਮੈਨੂੰ ਪੈਸੇ ਦੇ ਦੇ ਤੇ ਫਿਰ ਮੈਂ ਲੋਕਾਂ ਨੂੰ ਦਾਨ ਕਰਾਂਗਾ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦਾ ਇਲਾਜ ਕਰਵਾਵਾਂਗਾ, ਬਲਕਿ ਉਸਨੇ ਇੱਕ ਬਹੁਤ ਵੱਡੇ ਲੈਵਲ ਤੇ ਮਿਹਨਤ ਕੀਤੀ ਸੀ ਉਹ ਵੀ ਆਪਣੇ ਆਪ ਨੂੰ ਇੱਕ ਵਧੀਆ ਲਾਈਫ ਦੇਣ ਲਈ ਤੇ ਜਦੋਂ ਉਹ ਆਪ ਦੀ ਲਾਈਫ ਵਿੱਚ ਇੱਕ ਵਧੀਆ ਲੈਵਲ ਤੇ ਪਹੁੰਚ ਗਿਆ ਤੇ ਉਸ ਤੋਂ ਬਾਅਦ ਉਸਨੇ ਲੋਕਾਂ ਦਾ ਇਲਾਜ ਕਰਵਾਉਣਾ ਤੇ ਉਹਨਾਂ ਦਾ ਭਲਾ ਕਰਨ ਲਈ ਅੱਗੇ ਕਦਮ ਚੁੱਕਿਆ ਤੇ ਜੇਕਰ ਸਾਡੇ ਕੋਲ ਹੀ ਪੈਸਾ ਨਹੀਂ ਹੋਵੇਗਾ ਤਾਂ ਅਸੀਂ ਕਿਸ ਦਾ ਭਲਾ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਮਿਹਨਤ ਕਰਕੇ ਆਪਣੀ ਲਾਈਫ ਸਟੇਬਲ ਕਰਨੀ ਪੈਣੀ ਹੈ, ਆਪਦੇ ਘਰ ਦੀ ਆਰਥਿਕ ਸਥਿਤੀ ਸਹੀ ਕਰਨੀ ਪੈਣੀ ਹੈ। ਦਾਨ ਉਸ ਤੋਂ ਅਗਲਾ ਸਟੈਪ ਹੈ। ਇਹ ਨਾ ਹੋਵੇ ਕਿ ਘਰ ਸਾਡੇ ਰਾਸ਼ਨ ਨਾ ਹੋਵੇ ਤੇ ਅਸੀਂ ਬਾਹਰ ਦਾਨ ਕਰਦੇ ਫਿਰੀਏ, ਹੈ ਨਾ। ਸੋ ਰੋਨਾਲਡੋ ਕਹਿੰਦੇ ਨੇ ਕਿ ਮੈਂ ਗਰੀਬੀ ਬਹੁਤ ਨੇੜੇ ਤੋਂ ਦੇਖੀ ਹੈ ਅਤੇ ਇੱਕ ਕੂੜੇ ਵਿੱਚੋਂ ਮਿਲੀ ਫੁੱਟਬਾਲ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਰੋਨਾਲਡੋ ਅੱਜ ਅਨਾਥ ਆਸ਼ਰਮ ਚਲਾਉਂਦੇ ਹਨ ਜਿਸ ਵਿੱਚ 600 ਤੋਂ ਵੱਧ ਬੱਚਿਆਂ ਦਾ ਖਰਚ ਉਹ ਇਕੱਲੇ ਚੁੱਕਦੇ ਹਨ। 2012 ਵਿੱਚ ਰੋਨਾਲਡੋ ਨੇ ਆਪਣੇ 골ਡਨ ਬੂਟ ਦੀ ਬੋਲੀ ਲਗਾਈ ਸੀ ਤੇ ਉਸ ਤੋਂ 13 ਕਰੋੜ ਦੀ ਕਮਾਈ ਹੋਈ ਸੀ ਜੋ ਕਿ ਉਸਨੇ ਦਾਨ ਵਿੱਚ ਲਗਾ ਦਿੱਤੀ। ਰੋਨਾਲਡੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਕਿਉਂਕਿ ਉਹ ਇੱਕ ਬਹੁਤ ਹੀ ਵਧੀਆ ਬਲੱਡ ਡੋਨਰ ਹੈ ਤੇ ਉਹ ਖੂਨਦਾਨ ਵੀ ਸਾਲ ਵਿੱਚ 2 ਵਾਰ ਕਰਦਾ ਹੈ ਜਿਸ ਕਾਰਨ ਉਸਨੇ ਆਪਣੇ ਸਰੀਰ ਤੇ ਇੱਕ ਟੈਟੂ ਵੀ ਨਹੀਂ ਬਣਾਇਆ ਹੋਇਆ ਤੇ ਰੋਨਾਲਡੋ ਅੱਜ ਉਸ ਮੁਕਾਮ ਤੇ ਹੈ ਜਿੱਥੇ ਹਰ ਕੋਈ ਖਿਡਾਰੀ ਪਹੁੰਚਣਾ ਚਾਹੁੰਦਾ ਹੈ ਤੇ ਕਿਸੇ ਨੇ ਸੱਚ ਹੀ ਕਿਹਾ ਕਿ ਜਦੋਂ ਤੁਹਾਡਾ ਸਾਈਨ ਆਟੋਗ੍ਰਾਫ ਵਿੱਚ ਬਦਲ ਜਾਵੇ ਸਮਝੋ ਕਿ ਤੁਸੀਂ ਸਫਲਤਾ ਹਾਸਲ ਕਰ ਲਈ ਹੈ। ਸੋ ਰੋਨਾਲਡੋ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਮਿਹਨਤ ਤੇ ਲਗਨ ਦੇ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ। ਸੋ ਇਸੇ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਤੇ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਤੇ ਮੋਟੀਵੇਸ਼ਨਲ ਸਾਡਾ ਜਿਹੜਾ ਪੜਾਅ ਹੁੰਦਾ ਹੈ ਜਾਣਕਾਰੀ ਦਾ ਉਸ ਤੋਂ ਵੀ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਨਵੀਂ ਜਾਣਕਾਰੀ ਦੇ ਨਾਲ ਅਗਲੇ ਕੁਝ ਫੈਕਟਸ ਦੇ ਨਾਲ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਆਵਾਂਗੀ ਅਗਲਾ ਪ੍ਰੋਗਰਾਮ ਲੈ ਕੇ, ਅਗਲਾ ਐਪੀਸੋਡ ਲੈ ਕੇ। ਸੋ ਤੁਸੀਂ ਕਿਤੇ ਨਹੀਂ ਜਾਣਾ, ਅਗਲੇ ਐਪੀਸੋਡ ਦੀ ਵੇਟ ਕਰਨੀ ਆ। ਸੋ ਹੁਣ ਮੇਰਾ ਜਾਣ ਦਾ ਸਮਾਂ ਹੋ ਚੁੱਕਿਆ ਹੈ, ਮੈਂ ਤੁਹਾਡੇ ਤੋਂ ਅਲਵਿਦਾ ਚਾਹਾਂਗੀ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਤੇ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।